ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਆਪਣੀ ਤਬਲੀਨ ਕੌਰ ਤੇ ਤੁਸੀਂ ਵੇਖ ਰਹੇ ਹੋ ਸਟ੍ਰੇਟ ਲਾਈਨ ਨਿਊਜ਼। ਜਿੱਦਾਂ ਕਿ ਹੋਮ ਮਿਨਿਸਟਰੀ ਨੇ ਇੱਕ ਆਰਡਰ ਕੱਢਿਆ, ਆਰਡਰ 'ਚ 5 ਭਾਸ਼ਾਵਾਂ ਜਿਹੜੀਆਂ ਸੀ ਉਹ ਜੰਮੂ ਐਂਡ ਕਸ਼ਮੀਰ ਦੀਆਂ ਆਫੀਸ਼ੀਅਲ ਲੈਂਗੁਏਜਸ ਜਿਹੜੀਆਂ ਕਰਾਰ ਦਿੱਤੀਆਂ ਗਈਆਂ ਤੇ ਆਰਡਰ ਆਉਣ ਤੋਂ ਬਾਅਦ ਬੜੀ ਸਾਰੀ ਜਨਤਾ ਜਿਹੜੀ ਹੈ ਉਹ ਬਾਹਰ ਆਈ। ਉਹਨਾਂ ਨੇ ਇਹ ਕਿਹਾ ਕਿ ਜੰਮੂ ਐਂਡ ਕਸ਼ਮੀਰ 'ਚ ਬੜੇ ਸਾਰੀ ਜਨਤਾ ਜਿਹੜੀ ਹੈ ਉਹ ਪੰਜਾਬੀ ਲਿਖਦੀ ਹੈ ਤੇ ਪੰਜਾਬੀ ਬੋਲਦੀ ਹੈ ਤੇ ਇਸ ਕਰਕੇ ਪੰਜਾਬੀ ਨੂੰ ਵੀ ਆਫੀਸ਼ੀਅਲ ਲੈਂਗੁਏਜ ਜਿਹੜਾ ਬਣਾਉਣਾ ਚਾਹੀਦਾ ਹੈ। ਤੇ ਇਸ ਬਾਰੇ 'ਚ ਮੇਰੇ ਨਾਲ ਗੱਲ ਕਰਨ ਵਾਸਤੇ ਜੁੜੇ ਹਨ ਬਲਵਿੰਦਰ ਸਿੰਘ ਜੀ ਤੇ ਉਹਨਾਂ ਨਾਲ ਉਹਨਾਂ ਦੇ ਸਾਥੀ। ਤੇ ਬਲਵਿੰਦਰ ਸਿੰਘ ਜੀ, ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਕਿੰਨੀ ਤਾਦਾਦ ਹੈ ਜਿਹੜੀ ਜੰਮੂ ਐਂਡ ਕਸ਼ਮੀਰ 'ਚ ਪੰਜਾਬੀ ਜਿਹੜੀ ਹੈ ਬੋਲ ਲੈਂਦੀ ਹੈ ਤੇ ਲਿਖ ਲੈਂਦੀ ਹੈ? ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਤਵਲੀਨ ਜੀ, ਲਿਖਣ ਦੀ ਗੱਲ ਕਰੀਏ ਪੰਜਾਬੀ ਤਾਂ ਲਿਖਣ ਦੇ ਵਿੱਚ ਗਿਣਤੀ ਘੱਟ ਹੋਏਗੀ ਕਿਉਂਕਿ ਪੰਜਾਬੀ ਗੁਰਮੁਖੀ ਲਿਪੀ ਜਿਹਨੂੰ ਕਹਿੰਦੇ ਆ, ਲਿਖਣ ਵਾਲੇ ਦੀ ਤਾਦਾਦ ਘੱਟ ਹੈ ਲਿਖਣ ਵਾਲੇ, ਲੇਕਿਨ ਬੋਲਣ ਵਾਲੇ ਤਾਦਾਦ ਮੈਂ ਕਹਿੰਦਾ ਦਾਅਵੇ ਨਾਲ ਕਹਿ ਸਕਦਾ ਕਿ ਜੰਮੂ ਕਸ਼ਮੀਰ ਦੀ ਕਮ ਸੇ ਕਮ 30 ਤੋਂ 40% ਲੋਕ ਪੰਜਾਬੀ ਨੂੰ ਬੋਲਦੇ ਆ ਜੀ। ਉਹਦੇ ਸਿੱਖ ਹੀ ਨਹੀਂ, ਸਿੱਖਾਂ ਦੀ ਕਿਉਂਕਿ ਗਿਣਤੀ ਘੱਟ ਹੈ। ਇਹਦੇ ਇਲਾਵਾ ਸਾਡੇ ਹਿੰਦੂ ਡੋਗਰੇ ਵੀਰ ਸਾਡੇ ਨਾਨ ਸਿੱਖ ਮੁਸਲਿਮਸ ਪੰਜਾਬੀ ਨੂੰ ਬੜਾ ਪਸੰਦ ਕਰਦੇ ਆ, ਪੰਜਾਬੀ ਨੂੰ ਬੋਲਦੇ ਆ ਜੀ। ਤੇ ਉਸ ਦੇ ਇਲਾਵਾ ਪੂਰੇ ਅਗਰ ਵਰਲਡ ਵਾਈਡ ਦੇਖੀਏ ਤੇ 10th ਮੋਸਟ ਸਪੋਕਨ ਲੈਂਗੁਏਜ ਹੈ, ਵਰਲਡ ਦੀ 10th ਮੋਸਟ ਸਪੋਕਨ ਲੈਂਗੁਏਜ ਹੈ ਜੀ। ਪਾਕਿਸਤਾਨ ਦੇ ਵੀ ਸਕੂਲਾਂ ਦੇ ਵਿੱਚ ਮੈਂਡੇਟਰੀ ਹੈ ਪੰਜਾਬੀ। ਡਾਇਲੈਕਟ ਥੋੜੀ ਜਿਹੀ ਉਹਦੇ ਚੇਂਜ ਜਾਂਦੀ ਹੈ, ਬੋਲਣ ਦੇ ਵਿੱਚ ਚੇਂਜ ਜਾਂਦੀ ਹੈ, ਲੇਕਿਨ ਪੰਜਾਬੀ ਉੱਥੇ ਮੈਂਡੇਟਰੀ ਹੈ ਪਾਕਿਸਤਾਨ ਦੇ ਵਿੱਚ। ਤੋ ਜੋ 10th ਮੋਸਟ ਸਪੋਕਨ ਅਗਰ ਲੈਂਗੁਏਜ ਹੋਵੇ ਤਾਂ ਮੈਂ ਸਮਝਦਾ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਅਗਰ 2% ਕਿਹਾ, ਡਾਕਟਰ ਸਾਹਿਬ ਜਤਿੰਦਰ ਸਿੰਘ ਜੀ ਨੇ ਸੈਂਟਰ ਜਾ ਕੇ ਇਹ ਗੱਲ ਕਹੀ ਪਈ ਇਹ 2% ਲੋਕ ਹੀ ਬੋਲਦੇ ਆ। ਤਾਂ 2% ਲੋਕ ਇਹਨਾਂ ਨੇ ਤਾਂ ਕਿਹਾ ਕਿਉਂਕਿ ਇਸ ਨੂੰ ਸਿੱਖਾਂ ਦੇ ਨਾਲ ਜੋੜ ਕੇ ਦਿਖਿਆ ਜਾਂਦਾ ਹੈ, ਕਿਉਂਕਿ ਸਿੱਖਾਂ ਦੀ ਆਬਾਦੀ ਅਗਰ 2% ਹੈ ਤੇ ਇਹਨਾਂ ਨੇ ਉਹਨਾਂ ਦੀ ਪਾਪੂਲੇਸ਼ਨ ਦੇ ਨਾਲ ਜੋੜ ਕੇ ਦਿਖਾਇਆ ਵੀ ਸਿਰਫ ਸਿੱਖ ਹੀ ਬੋਲਦੇ ਹਨ, ਜਦ ਕਿ ਇਹ ਗੱਲ ਬਿਲਕੁਲ 101% ਝੂਠ ਹੈ, ਬਿਲਕੁਲ ਮਿਸ ਇਨਫੋਰਮੇਸ਼ਨ ਹੈ, ਲੋਕਾਂ ਨੂੰ ਮਿਸਲੀਡ ਕਰਨ ਵਾਲੀ ਗੱਲ ਹੈ। 35 ਤੋਂ 40% ਲੋਕ ਜੰਮੂ ਕਸ਼ਮੀਰ ਵਿੱਚ ਹੀ ਪੰਜਾਬੀ ਬੋਲਦੇ ਆ, ਪੰਜਾਬੀ ਨੂੰ ਪਸੰਦ ਕਰਦੇ ਆ। ਤੁਸੀਂ ਦੇਖਿਆ ਅਗਰ ਤੁਸੀਂ ਕਿਤੇ ਜਾਓ ਸ਼ਾਦੀਆਂ 'ਚ ਨਾ, ਸਾਡੇ ਡੋਗਰੇ ਵੀਰਾਂ ਦੇ ਸਾਡੇ ਨਾਨ ਸਿੱਖਾਂ ਦੇ ਘਰ 'ਚ ਸ਼ਾਦੀ ਜਾਓ, ਹਾਂਜੀ ਮੈਂ ਵੇਖਿਆ ਪੰਜਾਬੀ ਜਿਹੜਾ ਗਾਣਾ ਜ਼ਰੂਰ ਵੱਜਦਾ। ਜਦ ਤੱਕ ਪੰਜਾਬੀ ਗਾਣਾ ਨਾ ਹੋਵੇ, ਜਦ ਤੱਕ ਪੰਜਾਬੀ ਭੰਗੜਾ ਨਾ ਹੋਵੇ, ਪੰਜਾਬੀ ਕਲਚਰ ਦਾ ਉੱਥੇ ਡਿਸਪਲੇ ਨਾ ਹੋਵੇ ਤੇ ਸ਼ਾਦੀ ਦੀ ਰੌਣਕ ਹੀ ਨਹੀਂ ਲੱਗਦੀ। ਅਸੀਂ ਵੀ ਕਈ ਵਾਰੀ ਵਿਦੇਸ਼ਾਂ 'ਚ ਗਏ ਨਾ, ਜਦ ਕਿਤੇ ਵਿਦੇਸ਼ਾਂ ਜਾਂਦੇ ਆ ਤਾਂ ਜਦ ਕੋਈ ਉੱਥੇ ਬਾਹਰ ਦਾ ਦਿਖਦਾ ਸਾਨੂੰ ਕਹਿੰਦਾ ਸਰਦਾਰ ਜੀ ਥੋੜਾ ਭੰਗੜਾ ਸਾਡੇ ਨਾਲ ਪੰਜਾਬੀ ਬੋਲ ਕੇ ਦੱਸ ਦਿਓ, ਥੋੜਾ ਭੰਗੜਾ ਕਰ ਦਿਓ। ਮੈਂ ਕਿਹਾ ਬੜੀ ਮਿੱਠੀ ਹੈ, ਜੋਸ਼ੀਲੀ ਹੈ, ਮਜ਼ਾ ਆਉਂਦਾ, ਐਂਟਰਟੇਨਿੰਗ ਹੈ। ਜਿੱਥੇ ਜਾਂਦੇ ਆ ਨਾਰਥਰਨ ਇੰਡੀਆ ਸਾਡੀਆਂ ਜਿਤਨੀ ਮੂਵੀਜ਼ ਬਣਦੀਆਂ ਕੋਈ ਮੂਵੀ ਤੁਹਾਨੂੰ ਅੱਜ ਦੀ ਡੇਟ 'ਚ ਐਸੀ ਨਹੀਂ ਮਿਲੇਗੀ ਜਿਹਦੇ ਵਿੱਚ ਪੰਜਾਬੀ ਕਲਚਰ ਨੂੰ ਨਾ ਦੱਸਿਆ ਜਾਏ, ਪੰਜਾਬੀ ਗਾਣੇ ਨਾ ਰੱਖੇ ਜਾਣ, ਬੜੇ ਅੱਛੇ ਗਾਣੇ ਰੱਖੇ ਜਾਣ। ਈਵਨ ਕਿ ਸਾਊਥ ਦੀ ਮੂਵੀਆਂ ਦੇ ਵਿੱਚ ਵੀ ਹੁਣ ਪੰਜਾਬੀ ਗਾਣੇ ਸ਼ੁਰੂ ਕਰ ਦਿੱਤੇ ਗਏ ਹਨ। ਸੋ ਇਸ ਕਰਕੇ ਲੋਕ ਇਤਨਾ ਪਿਆਰ ਕਰਦੇ ਨੇ, ਬੜੀ ਅੱਛੀ ਜ਼ੁਬਾਨ ਕੋਈ ਵੀ ਮਾੜੀ ਨਹੀਂ ਹੈ। ਸਾਡੀ ਡੋਗਰੀ ਬੜੀ ਪਿਆਰੀ ਜ਼ੁਬਾਨ ਹੈ, ਸਾਡੀ ਹਿੰਦੀ, ਸਾਡੀ ਉਰਦੂ ਦੇ ਵਿੱਚ ਜੋ ਮਿਠਾਸ ਹੈ ਉਹ ਵੀ ਬਹੁਤ ਅੱਛੀ ਹੈ। तो कोई भी ਜ਼ਬਾਨ ਮਾੜੀ ਨਹੀਂ। ਇਹ ਗੱਲ ਨਹੀਂ ਅਸੀਂ ਕਹਿ ਰਹੇ ਵੀ ਸਾਡੀ ਬਹੁਤ ਅੱਛੀ, ਕਿਉਂਕਿ ਕਈ ਵਾਰੀ ਅਸੀਂ ਕਮੈਂਟਸ ਮੇਰੇ ਵੀਰਾਂ ਦੇ ਪੜ੍ਹਦਾ ਨਾ, ਜਿਸ ਨੂੰ ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਸਰਕਾਰ ਨੂੰ ਕਹਿੰਦੇ ਬਈ ਤੁਸੀਂ ਆਫੀਸ਼ੀਅਲ ਲੈਂਗੁਏਜ ਬਿੱਲ ਦੇ ਵਿੱਚ ਪੰਜਾਬੀ ਕਿਉਂ ਨਹੀਂ ਪਾਈ। ਤੇ ਕਈ ਲੋਕ ਮੇਰੇ ਛੋਟੇ ਵੀਰ ਜਿਨ੍ਹਾਂ ਨੂੰ ਸ਼ਾਇਦ ਪੂਰੀ ਨੌਲੇਜ ਨਹੀਂ ਹੈ, ਉਹਨਾਂ ਨੇ ਕਈ ਵਾਰੀ ਇਹ ਗੱਲ ਕਹਿਤੀ ਭਾਈ ਇੱਥੇ ਸਰਦਾਰ ਅਗਰ ਪੰਜਾਬੀ ਡਿਮਾਂਡ ਕਰਦੇ ਆ ਤਾਂ ਪੰਜਾਬ ਹੀ ਸਾਡੀ ਡੋਗਰੀ ਲਾਗੂ ਕਰੋ। ਹਾਂਜੀ, ਮੇਰਾ ਦੂਜਾ ਸਵਾਲ ਤੁਹਾਡੇ ਕੋਲ ਇਹੋ ਸੀ ਕਿ ਜਦੋਂ ਇਹ ਗੱਲ ਬਾਹਰ ਆਈ ਕਿ ਹਾਂਜੀ ਪੰਜਾਬੀ ਲਾਗੂ ਹੋਣੀ ਚਾਹੀਦੀ, ਕੁਝ ਲੋਕਾਂ ਨੇ ਬੋਲਿਆ ਲਾਗੂ ਹੋਣੀ ਚਾਹੀਦੀ ਤੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜੇ ਜੰਮੂ ਐਂਡ ਕਸ਼ਮੀਰ 'ਚ ਪੰਜਾਬੀ ਲਾਗੂ ਹੋਣੀ ਚਾਹੀਦੀ ਤੇ ਫਿਰ ਪੰਜਾਬ 'ਚ ਡੋਗਰੀ ਵੀ ਲਾਗੂ ਹੋਣੀ ਚਾਹੀਦੀ ਹੈ। ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੇ ਜਿਸ ਸ਼ਖਸ ਦੀ ਜਿੱਥੇ ਗਿਣਤੀ ਹੈ, ਤਾਦਾਦ ਹੈ, ਜਿੱਥੇ ਅਗਰ ਇਹ ਨਹੀਂ ਭਾਈ ਅਗਰ ਸਾਡੀ ਹਰਿਆਣਾ 'ਚ ਪੰਜਾਬੀ ਨਹੀਂ ਬੋਲੀ ਜਾਂਦੀ, ਮੈਂ ਕਹਿੰਦਾ ਹਰਿਆਣਾ ਲਾਗੂ ਕਰ ਦਿਓ। ਅਗਰ ਥੱਲੇ MP 'ਚ ਜਾਗਾ ਮੈਂ ਸਿੱਖ ਚਾਰਾਂ ਦੇ ਅਸੀਂ ਪੰਜਾਬੀ ਲਾਗੂ ਕਰ ਦਿਓ, ਨਹੀਂ ਪੋਸੀਬਲ ਨਹੀਂ ਹੈ। ਜਿੱਥੇ ਕੁਝ ਲੋਕੀ ਮੈਜੋਰਟੀ ਦੇ ਵਿੱਚ ਕੋਈ ਭਾਸ਼ਾ ਬੋਲਦੇ ਹਨ, ਜਿੱਥੇ ਜ਼ਿਆਦਾ ਪ੍ਰਚਲਿਤ ਹੈ। ਜੰਮੂ ਕਸ਼ਮੀਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਹੀ ਇਹ ਫਲੋਰਿਸ਼ ਹੋਈ ਸੀ, ਬਹੁਤ ਜ਼ਿਆਦਾ ਚੱਲੀ ਸੀ। ਔਰ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਿਸੇ ਇੱਕ ਭਾਸ਼ਾ ਨੂੰ ਪ੍ਰਮੋਟ ਨਹੀਂ ਕੀਤਾ। ਉਸਨੇ ਪਰਸ਼ੀਅਨ ਦੇ ਅਰਬੀਨ ਦੇ ਟੀਚਰ ਬਾਹਰੋਂ ਲਿਆ ਕੇ ਕਸ਼ਮੀਰ 'ਚ ਦਿੱਤੇ ਭਈ ਮੇਰੀ ਪ੍ਰਜਾ ਕੋਈ ਵੀ ਅਨਪੜ੍ਹ ਨਾ ਰਹੇ, ਇਹ ਪੜ੍ਹਨ ਲਿਖਣ। ਉਹਨਾਂ ਨੇ ਬਾਹਰੋਂ ਪਰਸ਼ੀਅਨ ਦੇ ਟੀਚਰ, ਬਾਹਰੋਂ ਅਰਬਿਕ ਦੇ ਟੀਚਰ ਲਿਆ ਕੇ ਇੱਥੇ ਕਸ਼ਮੀਰੀਆਂ ਨੂੰ ਦਿੱਤੇ ਤਾਂ ਕਿ ਇਹ ਪੜ੍ਹ ਲਿਖ ਕੇ ਅੱਗੇ ਵਧਣ। ਉਹਨੇ ਕਦੇ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ ਕਿਸੇ ਭਾਸ਼ਾ ਨਾਲ। ਸੋ ਇਹ ਭਾਸ਼ਾ ਮੈਂ ਕਹਿੰਦਾ ਜੋ ਸਾਡੇ ਵੀਰੇ ਡਿਮਾਂਡ ਕਰਦੇ ਆ ਭਈ ਅਗਰ ਪੰਜਾਬੀ ਭਾਸ਼ਾ ਉੱਥੇ ਵੀ ਲਾਗੂ, ਡੋਗਰੀ ਨੂੰ ਪੰਜਾਬ ਵਿੱਚ ਲਾਗੂ ਕੀਤਾ ਜਾਏ। ਬਲਵਿੰਦਰ ਜੀ, ਜਿਸ ਤਰ੍ਹਾਂ ਕਿ ਅਗਰ ਕਿਸੇ ਲੈਂਗੁਏਜ ਨੂੰ ਪ੍ਰਮੋਟ ਕਰਨ ਦੀ ਗੱਲ ਆਏ ਤੇ ਆਫੀਸ਼ੀਅਲ ਲੈਂਗੁਏਜ ਪ੍ਰਮੋਸ਼ਨ ਜਿਸ ਤਰ੍ਹਾਂ ਪ੍ਰਮੋਟ ਕਰਨ ਦੀ ਗੱਲ ਆ ਗਈ ਕਿ ਬੱਚੇ ਘਰਾਂ 'ਚ ਪੰਜਾਬੀ ਬੋਲ ਲੈਣ, ਆਪਸ 'ਚ ਬੱਚੇ ਕੀ ਜਨਤਾ ਸਾਰੀ ਆਪਸ 'ਚ ਪੰਜਾਬੀ ਬੋਲੇ। ਅਗਰ ਅਸੀਂ ਗੱਲ ਪੰਜਾਬੀ 'ਚ ਕਰ ਰਹੇ ਹਾਂ ਤੇ ਫਿਰ ਆਫੀਸ਼ੀਅਲ ਲੈਂਗੁਏਜ ਬਣਾਉਣ 'ਚ ਔਰ ਪੰਜਾਬੀ ਨੂੰ ਪ੍ਰਮੋਟ ਕਰਨ 'ਚ ਇਹਨਾਂ ਦੋਨਾਂ 'ਚ ਕਨੈਕਸ਼ਨ ਕੀ ਹੈ? ਬਿਲਕੁਲ ਇੱਕ ਤੁਹਾਨੂੰ ਦੱਸਾਂ, ਇਹ ਸਿਰਫ ਇੱਕ ਸਾਈਕੋਲੋਜੀਕਲੀ ਲੋਕਾਂ ਦੇ ਦਿਮਾਗ 'ਚ ਪਾਉਣ ਵਾਲਾ। ਅਗਰ ਡੋਗਰੀ ਨੂੰ ਵਿੱਚ ਲਿਆਂਦਾ ਗਿਆ ਤੇ ਸਾਡੇ ਕੁਝ ਮੰਤਰੀ ਸਾਹਿਬਾਨਾਂ ਨੇ ਆਪਣਾ ਏਰੀਆ ਦੀ ਵੋਟ ਬੈਂਕ ਦੇਖ ਕੇ ਬਾਕੀ ਇਸ ਨਾਲ ਆਫੀਸ਼ੀਅਲ ਲੈਂਗੁਏਜ ਦਾ ਕੋਈ ਬਹੁਤ ਵੱਡਾ ਫਰਕ ਨਹੀਂ ਪੈਂਦਾ। ਸਾਈਕੋਲੋਜੀ ਸਾਨੂੰ ਲੱਗਦਾ ਹੈ
ਭਈ ਇਹ ਆਫੀਸ਼ੀਅਲ ਲੈਂਗੁਏਜ ਆ ਗਈ, ਅਸੀਂ ਆਪਣੇ ਫਖਰ ਮਹਿਸੂਸ ਕਰਦਾ ਵੀ ਸਾਡੀ ਲੈਂਗੁਏਜ ਨੂੰ ਜਗ੍ਹਾ ਮਿਲ ਗਈ। ਜਦ ਕਿ 8th ਸ਼ਡਿਊਲ ਦੇ ਵਿੱਚ ਪੰਜਾਬੀ ਆਲਰੇਡੀ ਹਿੰਦੁਸਤਾਨ ਦੇ ਵਿੱਚ 8th ਸ਼ਡਿਊਲ ਦੇ ਵਿੱਚ 1952 ਦੇ ਉੱਤੇ ਸ਼ਾਮਿਲ ਕੀਤੀ ਗਈ ਹੈ। ਜੀ ਜੀ। ਤਾਂ ਇੱਥੇ ਸਿਰਫ ਦੁੱਖ ਇਸ ਕਰਕੇ ਲੱਗਦਾ ਆਫੀਸ਼ੀਅਲ ਲੈਂਗੁਏਜ ਸਟੇਟ ਦੀਆਂ 1 2 ਜਾਂ ਮੈਕਸਿਮਮ 3 ਹੁੰਦੀਆਂ ਹਨ। ਇਸ ਵਾਰ ਇਹਨਾਂ ਨੇ 2 ਜਾਂ 3 ਦੀ ਜਗ੍ਹਾ 5 ਕਰ ਦਿੱਤੀ। ਹਾਂਜੀ, ਜਿਸ ਤਰ੍ਹਾਂ ਕਿ ਮੈਂ ਗੱਲ ਕਰਾਂ 5 ਆਫੀਸ਼ੀਅਲ ਲੈਂਗੁਏਜਸ ਇਹਨਾਂ ਨੇ ਬਣਾਈਆਂ ਨੇ ਤੇ ਉਹਦੇ ਵਿੱਚ ਕਸ਼ਮੀਰੀ, ਉਰਦੂ, ਡੋਗਰੀ ਤੇ ਡੋਗਰੀ ਔਰ ਕਸ਼ਮੀਰੀ ਦੀ ਜੇ ਮੈਂ ਗੱਲ ਕਰਾਂ ਤੇ ਬੜੇ ਹੀ ਘੱਟ ਲੋਕ ਜਿਹੜੇ ਹਨ ਉਹ ਮਤਲਬ ਪੜ੍ਹ ਤੇ ਲਿਖ ਲੈਂਦੇ ਹਨ, ਹੈ ਨਾ। ਤੇ ਫਿਰ 5 ਆਫੀਸ਼ੀਅਲ, ਜੇ ਉਰਦੂ ਦੀ ਮੈਂ ਗੱਲ ਕਰਾਂ, ਉਰਦੂ ਸਾਡੀ ਪਹਿਲੀ ਆਫੀਸ਼ੀਅਲ ਲੈਂਗੁਏਜ ਸੀ ਤੇ ਤੁਸੀਂ ਵੇਖਿਆ ਹੋਣਾ ਕਿ ਜਦੋਂ ਹੈ ਸੀ ਤੇ ਉਦੋਂ ਵੀ ਕੋਈ ਬੋਰਡਾਂ ਤੇ ਨਹੀਂ ਲਿਖਿਆ ਹੁੰਦਾ ਸੀ, ਉਰਦੂ ਚ ਕਿਤੇ ਨਹੀਂ ਲਿਖਿਆ ਹੁੰਦਾ ਸੀ। ਅਗਰ ਤੁਸੀਂ ਪੰਜਾਬ ਚਲ ਜਾਓ ਤੇ ਤੁਹਾਨੂੰ ਹਰ ਜਗ੍ਹਾ ਪੰਜਾਬੀ ਚ ਲਿਖਿਆ ਦਿਖਦਾ ਸੀ, ਪਰ ਉਰਦੂ ਚ ਮੈਂ ਕਦੇ ਵੇਖਿਆ ਨਹੀਂ, ਬੜਾ ਰੇਅਰ ਜੇ ਦਿਖ ਜਾਏ। ਤੇ ਫਿਰ ਇਹ 5 ਆਫੀਸ਼ੀਅਲ ਲੈਂਗੁਏਜਸ ਇਹਨਾਂ ਨੇ ਕਿਸ ਹਿਸਾਬ ਨਾਲ ਰੱਖਿਆ, ਤੁਹਾਡਾ ਕੀ ਮੰਨਣਾ ਹੈ? ਸਰ ਦੇਖੋ, ਮੈਂ ਕਹਾਂਗਾ ਤੇ ਜੰਮੂ ਨੂੰ ਇਹ ਅਹਿਸਾਸ ਦਿਵਾਉਣ ਕਰਕੇ ਭਾਈ ਤੁਸੀਂ ਕਹਿੰਦੇ ਸੀ ਬੀਜੇਪੀ ਸਰਕਾਰ ਆਏਗੀ ਕੀ ਕਰੇਗੀ। ਅਗਰ ਬੀਜੇਪੀ ਦੀ ਸਰਕਾਰ ਆਈ ਹੈ, ਉਸਨੇ ਹਿੰਦੂ ਵੀਰਾਂ ਦੀ ਕੀ ਡਿਮਾਂਡ ਮੰਨੀ ਆ, ਉਹਨਾਂ ਨੂੰ ਦੱਸਣ ਕਰਕੇ ਭਾਈ ਅਸੀਂ ਤੁਹਾਡੀ ਡੋਗਰੀ ਜਿਹੜੀ ਬੜੀ ਦੇਰ ਦੀ ਤੁਹਾਡੀ ਡਿਮਾਂਡ ਸੀ ਭਾਈ ਡੋਗਰੀ ਨੂੰ ਵੀ ਅਸੀਂ ਸ਼ਾਮਿਲ ਕਰੀਏ, ਤੇ ਉਹਨਾਂ ਨੂੰ ਵੀ ਖੁਸ਼ ਕਰਨ ਕਰਕੇ, ਉਹਨਾਂ ਨੂੰ ਤਸੱਲੀ ਦੇਣ ਦੇ ਕਰਕੇ ਉਹ ਲੋਕਾਂ 'ਚ ਬੜੀ ਖੁਸ਼ੀ ਹੋ ਜਾਏ। ਵਾਕਈ ਜਿਸ ਦੀ ਜ਼ੁਬਾਨ ਨੂੰ ਅਗਰ ਅਫੀਸ਼ੀਅਲ ਲੈਂਗੁਏਜ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਲੋਕਾਂ ਨੂੰ ਫਖਰ ਮਹਿਸੂਸ ਹੁੰਦਾ ਭਾਈ ਸਾਡੀ ਜ਼ੁਬਾਨ ਨੂੰ। ਜਦ ਕਿ ਇੱਕ ਗੱਲ ਤੁਹਾਨੂੰ ਇਹ ਵੀ ਦੱਸੀਏ, ਕਿਉਂਕਿ ਅਗਰ ਸਰਕਾਰ ਬੇਸ਼ੱਕ ਅਫੀਸ਼ੀਅਲ ਲੈਂਗੁਏਜ ਪੰਜਾਬੀ ਬਣਾ ਵੀ ਦਿੰਦੀ ਹੈ, ਅਸੀਂ ਅਗਰ ਆਪਣੇ ਘਰਾਂ 'ਚ ਨਹੀਂ ਬੋਲਾਂਗੇ, ਅਸੀਂ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਅਸੀਂ ਪੰਜਾਬੀ ਦਾ ਇਸਤੇਮਾਲ ਨਹੀਂ ਕਰਾਂਗੇ, ਤਾਂ ਸਰਕਾਰ ਬੇਸ਼ੱਕ ਅਫੀਸ਼ੀਅਲ ਲੈਂਗੁਏਜ ਵੀ ਬਣਾ ਦੇਣ, ਉਹਦੀ ਪ੍ਰਮੋਸ਼ਨ ਨਹੀਂ ਹੋਊਗੀ। ਅਗਰ ਲੈਂਗੁਏਜ ਦੀ ਪ੍ਰਮੋਸ਼ਨ ਹੁੰਦੀ ਹੈ ਤੇ ਲੋਕਾਂ ਨੂੰ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਹੀ ਉਹਦਾ ਇਸਤੇਮਾਲ ਕਰਨ 'ਚ ਇਹ ਕੀਤੀ ਜਾਂਦੀ ਹੈ। ਅਗਰ ਸਰਕਾਰ ਜਿੰਨਾ ਮਰਜ਼ੀ ਪ੍ਰਮੋਟ ਕਰਨਾ ਚਾਹੇ ਨਹੀਂ ਕਰ ਸਕਦੀ, ਇਹ ਸਾਡਾ ਆਪਣਾ ਸਭ ਦਾ ਫਰਜ਼ ਬਣਦਾ। ਅਗਰ ਅਸੀਂ ਡੋਗਰੀ ਹੈ ਤਾਂ ਸਾਨੂੰ ਚਾਹੀਦਾ ਅਸੀਂ ਡੋਗਰੀ 'ਚ ਗੱਲ ਕਰੀਏ, ਅਗਰ ਹਿੰਦੀ ਅਫੀਸ਼ੀਅਲ ਲੈਂਗੁਏਜ ਹੈ ਅਸੀਂ ਹਿੰਦੀ ਬੋਲੀਏ, ਅਸੀਂ ਪੰਜਾਬੀ ਹੈ ਤਾਂ ਕਮ ਸੇ ਕਮ ਸਾਡੇ ਹਰ ਘਰ ਦੇ ਵਿੱਚ ਪੰਜਾਬੀ ਬੱਚਿਆਂ ਨੂੰ ਆਉਣੀ ਚਾਹੀਦੀ ਹੈ, ਪੰਜਾਬੀ ਅਸੀਂ ਬੋਲੀਏ, ਤਈਏ ਜਾ ਕੇ ਪ੍ਰਮੋਸ਼ਨ ਹੋਗੀ। ਸਰਕਾਰ ਦੇ ਕਹਿਣ ਤੇ ਬਹੁਤ ਵੱਡੀ ਪ੍ਰਮੋਸ਼ਨ ਨਹੀਂ ਹੁੰਦੀ। ਹਾਂ, ਸਰਕਾਰ ਨੇ ਇੱਕ ਚੀਜ਼ ਡੈਲੀਬਰੇਟਲੀ ਕੀਤੀ ਕਿ ਸਕੂਲਾਂ ਦੇ ਵਿੱਚੋਂ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ 15 20 25 ਸਾਲਾਂ ਦੇ ਵਿੱਚ ਸਕੂਲਾਂ ਦੇ ਵਿੱਚੋਂ ਆਹਿਸਤਾ ਕਰਕੇ ਪੰਜਾਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ 2017 ਦੇ ਵਿੱਚ ਜਦੋਂ ਉਹਨਾਂ ਨੇ ਅਫੀਸ਼ੀਅਲ ਇੱਕ ਆਪਣੇ ਆਪਸ਼ਨਲ ਲੈਂਗੁਏਜ ਪੰਜਾਬੀ ਵਿੱਚ ਨਹੀਂ ਸੀ ਰੱਖੀ, ਫਿਰ ਜੰਮੂ 'ਚ ਬੜਾ ਪ੍ਰੋਟੈਸਟ ਹੋਇਆ। ਉਸ ਵਕਤ ਸਰਕਾਰ ਨੇ ਕੰਸੀਡਰ ਕਰ ਲਿਆ ਸੀ ਨਹੀਂ ਅਸੀਂ ਆਪਸ਼ਨਲ ਮੈਂਡੇਟਰੀ ਕਰ ਦਿੰਦੇ ਹਨ। ਉਸ ਵਕਤ ਵੀ ਸਾਡੇ ਕਈ ਵੀਰਾਂ ਨੂੰ ਇਹ ਸਮਝ ਨਹੀਂ ਆਈ, ਮੇਰੇ ਹਿੰਦੂ ਵੀਰ ਜੋ ਨਾ ਸਮਝ ਸਨ, ਸ਼ਾਇਦ ਉਹਨਾਂ ਨੇ ਇਹ ਸਟੇਟਮੈਂਟ ਦੇਣੇ ਸ਼ੁਰੂ ਕਰ ਦਿੱਤੇ ਵੀ ਹੁਣ ਸਾਨੂੰ ਵੀ ਪੰਜਾਬੀ ਪੜ੍ਹਨੀ ਪਏਗੀ, ਮੈਂਡੇਟਰੀ ਕਰ ਦਿਓ। ਉਹਨਾਂ ਵਾਸਤੇ ਨਹੀਂ ਸੀ ਇਹ। ਅਗਰ ਸਿੱਖ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਆਪਸ਼ਨਲ ਸਬਜੈਕਟ ਮਿਲਿਆਗਾ ਪੰਜਾਬੀ, ਫਿਰ ਉਹ ਦੇਖਣਗੇ ਹਿੰਦੀ ਪੜ੍ਹਨੀ ਹੈ, ਡੋਗਰੀ ਪੜ੍ਹਨੀ ਹੈ, ਉਰਦੂ ਪੜ੍ਹਨੀ ਹੈ ਜਾਂ ਪੰਜਾਬੀ ਪੜ੍ਹਨੀ ਹੈ, ਉਹ ਪੰਜਾਬੀ ਲੈਣਗੇ। ਤਾਂ ਕਿ ਮੈਂ ਦੇਖਣਾ ਇਹ ਵੀ ਚੀਜ਼ ਦੇਖੀ ਜਾਂਦੀ ਹੈ, ਕਿਹਾ ਜਾਂਦਾ ਕਿ ਜਿਸ ਕੌਮ ਨੂੰ ਤੁਸੀਂ ਫਿਜ਼ੀਕਲੀ ਐਲੀਮੀਨੇਟ ਨਾ ਕਰ ਸਕੋ, ਅਗਰ ਉਸ ਕੌਮ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ, ਉਹਦੀ ਮਾਂ ਬੋਲੀ ਤੋਂ ਤੁਸੀਂ ਤੋੜ ਦਿਓ, ਉਸਦੀ ਮਾਂ ਬੋਲੀ ਤੋਂ ਦੂਰ ਕਰ ਦਿਓ। ਆਉਣ ਵਾਲੇ 30 40 50 60 ਸਾਲਾਂ ਦੇ ਬਾਅਦ ਤੁਹਾਨੂੰ ਗੁਰਦੁਆਰੇ 'ਚ ਭਾਈ ਨਹੀਂ ਮਿਲਣਗੇ, ਤੁਹਾਨੂੰ ਪੰਜਾਬੀ ਪੜ੍ਹਨ ਦੇ ਲੋਕ ਨਹੀਂ ਮਿਲਣਗੇ, ਆਪਣੇ ਗੁਰੂ ਤੋਂ ਦੂਰ ਹੋ ਜਾਓਗੇ। ਜਦ ਪੰਜਾਬੀ ਲੈਂਗੁਏਜ ਹੀ ਤੁਹਾਨੂੰ ਨਹੀਂ ਆਏਗੀ, ਨੇਚਰਲੀ ਤੁਸੀਂ ਆਪਣੇ ਗੁਰੂ ਤੋਂ ਦੂਰ ਹੁੰਦੇ ਜਾਓਗੇ, ਆਪਣੇ ਮਜ਼ਹਬ ਤੋਂ ਦੂਰ ਹੁੰਦੇ ਜਾਓਗੇ, ਤੇ ਤੁਹਾਡੀ ਆਈਡੈਂਟੀਟੀ ਕ੍ਰਾਈਸਿਸ ਆ ਜਾਏਗਾ। ਤੁਹਾਡੀ ਇੱਕ ਦਿਨ ਆਏਗਾ ਐਸਾ ਕਿ ਤੁਹਾਡੀ ਆਈਡੈਂਟੀਟੀ ਕ੍ਰਾਈਸਿਸ ਆ ਜਾਏਗਾ, ਤੁਸੀਂ ਆਪਣੇ ਮਜ਼ਹਬ ਤੋਂ ਬਹੁਤ ਦੂਰ ਹੋ ਜਾਓਗੇ। ਇਹ ਵੀ ਸਰਕਾਰ ਦੀ ਕਿਤੇ ਨਾ ਕਿਤੇ ਸੋਚੀ ਸਮਝੀ ਸਾਜ਼ਿਸ਼ ਹੁੰਦੀ ਹੈ ਕਿ ਕਿਸੇ ਕੌਮ ਨੂੰ ਖਤਮ ਕਰਨਾ ਹੋਏ ਤਾਂ ਉਹਦੀ ਮਾਂ ਬੋਲੀ ਨੂੰ, ਉਹਦੀ ਲੈਂਗੁਏਜ ਨੂੰ ਖਤਮ ਕਰ ਦਿਓ, ਉਹ ਕੌਮਾਂ ਆਪਣੇ ਆਪ ਹੀ 2-4 ਸਾਲ 100 ਸਾਲਾਂ ਦੇ ਵਿੱਚ ਆਪਣੇ ਆਪ ਹੀ ਖਤਮ ਹੋ ਜਾਂਦੀਆਂ। ਲੇਕਿਨ ਸਰਕਾਰ ਦੀ ਮੈਂ ਸਮਝਦਾ ਐਸੀ ਗਲਤ ਸੋਚ ਹੈ। ਅਗਰ ਸਿੱਖ ਉਦੋਂ ਨੇਸ਼ਨ ਖਤਮ ਹੋਏ ਜਦੋਂ ਮੁਗਲਾਂ ਦੇ ਨਾਲ ਟੱਕਰ ਲੈਂਦੇ ਰਹੇ, ਜਦੋਂ 10,000 ਟੋਟਲ ਰਹਿ ਗਏ ਸੀ, ਨੇਸ਼ਨ ਖਤਮ ਹੋਏ, ਅੱਜ ਫਿਰ ਫਲੋਰਿਸ਼ ਕਰਕੇ 2-2.5-3 ਕਰੋੜ ਦੀ ਆਬਾਦੀ ਪਹੁੰਚ ਗਈ ਹੈ। ਕਿਉਂਕਿ ਇਹਨਾਂ ਨੇ ਹਮੇਸ਼ਾ ਆਪਣੀ ਗੱਲ ਨਹੀਂ ਕਦੇ ਵੀ ਕੀਤੀ। ਜਦ ਵੀ ਸਿੱਖਾਂ ਨੇ ਗੱਲ ਕੀਤੀ ਯੂਨੀਵਰਸਲ ਬ੍ਰਦਰਹੁੱਡ ਦੀ ਗੱਲ ਕੀਤੀ, ਜਦ ਵੀ ਕੀਤੀ ਮਾਨਵਤਾ ਦੀ ਗੱਲ ਕੀਤੀ। ਮੈਂ ਹੁਣ ਵੀ ਕਹਿ ਦਿਆਂ ਜਿਸ ਤਰ੍ਹਾਂ ਸਿੱਖਾਂ ਨੇ ਹਮੇਸ਼ਾ ਹੀ ਦੇਸ਼ ਦੀ ਆਜ਼ਾਦੀ ਲਈ ਵੱਧ ਚੜ੍ਹ ਕੇ ਹਿੱਸਾ ਪਾਇਆ, ਅੱਜ ਕਰੋਨਾ ਮਹਾਮਾਰੀ ਆਈ ਤਾਂ ਵੀ ਸਿੱਖਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ। ਅੱਜ ਪੰਜਾਬ ਦੇ ਤੁਸੀਂ ਚੱਲਿਆ ਦਿੱਲੀ ਚੱਲ ਜਾਓ, ਦਿੱਲੀ ਗੁਰਦੁਆਰਾ ਬੰਗਲਾ ਸਾਹਿਬ ਦੀ ਜਿੰਨੀਆਂ ਵੀ ਸਰਾਵਾਂ ਸਨ, ਰੂਮ ਸਨ, ਡਾਕਟਰਾਂ ਦੇ ਲਈ ਖੋਲ੍ਹ ਦਿੱਤੇ ਗਏ ਸਨ ਭਾਈ ਤੁਸੀਂ ਇੱਥੇ ਆ ਕੇ ਆਈਸੋਲੇਸ਼ਨ 'ਚ ਆ ਕੇ ਇੱਥੇ ਆਰਾਮ ਕਰ ਸਕਦੇ ਹੋ। ਅੱਜ ਵੀ ਹੁਣ ਇੱਕ ਦਵਾਈਆਂ ਦੀਆਂ ਦੁਕਾਨਾਂ ਪੰਜਾਬ ਦੇ ਵਿੱਚ ਜਾਂ ਦਿੱਲੀ ਗੁਰਦੁਆਰਿਆਂ 'ਚ ਖੋਲ੍ਹ ਦਿੱਤੀਆਂ ਗਈਆਂ, ਕਾਸਟ ਟੂ ਕਾਸਟ ਪਬਲਿਕ ਨੂੰ ਦਿੱਤੀਆਂ ਜਾਣਗੀਆਂ। ਉਹਦੇ 'ਚ ਇਹ ਨਹੀਂ ਕਿਹਾ ਜਾਂਦਾ ਭਾਈ ਤੁਸੀਂ ਹਿੰਦੂ ਹੋ ਤੁਹਾਨੂੰ ਨਹੀਂ ਦਿੱਤੀਆਂ ਜਾਣਗੀਆਂ ਜਾਂ ਸਿੱਖਾਂ ਨੂੰ ਸਸਤੀਆਂ ਦੇਵਾਂਗੇ। MRI ਜਿਹਦੀ ਬਾਜ਼ਾਰ ਦੇ ਵਿੱਚ ਕਾਸਟ 2000 ਤੋਂ ਲੈ ਕੇ 4000 ਤੱਕ ਹੈ, ਦਿੱਲੀ ਗੁਰਦੁਆਰਿਆਂ ਦੇ ਵਿੱਚ 50 ਰੁਪਏ ਤੇ ਕੀਤੀ ਜਾ ਰਹੀ ਹੈ। ਤਾਂ ਸਾਡੀ ਕਮਿਊਨਿਟੀ ਨੇ ਹਮੇਸ਼ਾ ਦੇਣਾ ਸਿੱਖਿਆ, ਸਾਨੂੰ ਲੈਣ ਦੀ ਤਵੱਕੋ ਬੜੀ ਘੱਟ ਹੁੰਦੀ ਹੈ। ਹਾਂਜੀ, ਬਲਵਿੰਦਰ ਸਿੰਘ ਜੀ ਦਾ ਕਹਿਣਾ ਸਾਫ਼-ਸਾਫ਼ ਇਹਨਾਂ ਦਾ ਕਹਿਣਾ ਵੀ ਇਹੋ ਹੈ ਕਿ ਕਦੇ ਵੀ ਕਿਸੇ ਲੈਂਗੁਏਜ ਨੂੰ ਜਿਹੜਾ ਹੁੰਦਾ ਹੈ ਧਰਮ ਨਾਲ, ਕਿਸੇ ਪਾਰਟਿਕੂਲਰ ਧਰਮ ਨਾਲ ਨਹੀਂ ਜੋੜਨਾ ਚਾਹੀਦਾ, ਹੈ ਨਾ। ਬਿਲਕੁਲ, ਕਿਉਂਕਿ ਇਹਦੀ ਬਦਕਿਸਮਤੀ ਇਸ ਪੰਜਾਬੀ ਜ਼ੁਬਾਨ ਦੀ ਹੈ ਕਿ ਇਸ ਨੂੰ ਸਿੱਖਾਂ ਦੇ ਨਾਲ ਜੋੜ ਦਿੱਤਾ ਗਿਆ। ਮੈਂ ਕਹਿੰਦਾ ਕਈ ਸੌ ਸਾਲ ਪਹਿਲੇ ਭਗਤ ਫਰੀਦ ਜੀ ਹੋਏ, ਬਾਬਾ ਨਾਮਦੇਵ ਜੀ ਹੋਏ, ਉਹ ਭਗਤ ਉਸ ਟਾਈਮ ਦੇ ਜੋ ਮਹਾਂਪੁਰਸ਼ ਹੋਏ, ਉਹਨਾਂ ਨੇ ਪੰਜਾਬੀ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ 'ਚ ਪੰਜਾਬੀ ਦੇ ਵਿੱਚ ਉਹਨਾਂ ਨੇ ਲਿਖੇ ਸ਼ਲੋਕ ਪੰਜਾਬੀ ਵਿੱਚ ਕਈ ਹਜ਼ਾਰਾਂ ਸਾਲ ਪਹਿਲੇ ਪੰਜਾਬੀ ਨੂੰ ਇਸਤੇਮਾਲ ਕੀਤਾ ਜਾਂਦਾ। ਡਾਇਲੈਕਟ ਇਹ ਨਹੀਂ ਸੀ ਹੁੰਦਾ, ਗੁਰਮੁਖੀ ਨਹੀਂ ਸੀ, ਲੇਕਿਨ ਪੰਜਾਬੀ ਸੀ, ਉਹਨਾਂ ਦੀ ਪੰਜਾਬੀ ਲਿਖੀ ਜਾਂਦੀ ਸੀ। ਅੱਜ ਵੀ ਜੰਮੂ ਦੇ ਕਈ ਪ੍ਰਾਚੀਨ ਮੰਦਰਾਂ ਦੇ ਵਿੱਚ, ਕਈ ਸਰਾਵਾਂ ਦੇ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਪੰਜਾਬੀ ਦੁਆਰਾਂ ਤੇ ਲਿਖੀ ਦੀ ਤੁਹਾਨੂੰ ਮਿਲੇਗੀ। ਹਾਂਜੀ, ਜਿਸ ਤਰ੍ਹਾਂ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਹੈ, ਤੇ ਮੈਂ ਇਹ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਪੰਜਾਬੀ ਜੰਮੂ ਐਂਡ ਕਸ਼ਮੀਰ 'ਚ ਕਦੋਂ ਆਈ ਤੇ ਕਦੋਂ ਇਹ ਬੋਲਣਾ ਸ਼ੁਰੂ ਹੋਏ, ਇੱਥੇ ਲਿਖਣਾ ਪੜ੍ਹਨਾ ਕਦੋਂ ਸ਼ੁਰੂ ਹੋਈ?
ਦੇਖੋ ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਚ ਉਹਨੇ ਪੂਰਾ ਇਹ ਇਲਾਕਾ ਉਹਦੀ ਡੋਮੀਨੈਂਸ ਵੀ ਸੀ, ਉਸ ਟਾਈਮ ਪੰਜਾਬੀ ਬਹੁਤ ਜ਼ਿਆਦਾ ਇੱਥੇ ਫਲੋਰਿਸ਼ ਹੋਈ। ਉਦੋਂ ਜਦੋਂ ਪਾਕਿਸਤਾਨ ਤੋਂ ਸਿੱਖ ਇੱਧਰ ਆਏ ਉਸ ਟਾਈਮ ਉਹਦੇ ਬਾਅਦ ਹੋਰ ਜ਼ਿਆਦਾ ਇਹਨੂੰ ਬੜਾਵਾ ਮਿਲਿਆ, ਜ਼ਿਆਦਾ ਇੱਥੋਂ ਵਧਣੀ ਸ਼ੁਰੂ ਕੀਤੀ। ਲੇਕਿਨ ਜ਼ਿਆਦਾਤਰ ਤਾਂ ਇਹ ਪੰਜਾਬੀ ਦੀ ਲੈਂਗੁਏਜ ਮਹਾਰਾਜਾ ਰਣਜੀਤ ਸਿੰਘ ਦੇ ਦੌਰਾਨ ਇੱਥੇ ਅੱਛੀ ਫਲੋਰਿਸ਼ ਹੋਈ, ਉਸ ਤੇ ਲੈਂਗੁਏਜ ਬਣਾਈ ਗਈ ਸੀ ਉਸਨੂੰ। ਉਹਦੇ ਬਾਅਦ ਸਰਕਾਰਾਂ ਨੇ ਉਹਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ, ਬੇਸ਼ੱਕ ਉਹ ਨੈਸ਼ਨਲ ਕਾਨਫਰੰਸ ਹੋਵੇ ਜਾਂ ਦੂਸਰੀਆਂ ਸਰਕਾਰਾਂ, ਉਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕਰਨ ਕਰਕੇ ਕੁਛ ਨਹੀਂ ਕੀਤਾ। ਸਕੂਲਾਂ 'ਚ ਟੀਚਰ ਖਤਮ ਕਰ ਦਿੱਤੇ, ਪੰਜਾਬੀ ਲੈਂਗੁਏਜ ਖਤਮ ਕਰ ਦਿੱਤੀ। ਤਾਂ ਬੱਚਿਆਂ ਜਦ ਅਗਰ ਤੁਸੀਂ ਦੂਸਰੀ ਤੀਸਰੀ ਚੌਥੀ 'ਚ ਬੱਚਾ ਨਹੀਂ ਪੜ੍ਹੇਗਾ ਤਾਂ ਕਾਲਜ 'ਚ ਜਾ ਕੇ ਪੰਜਾਬੀ ਕਿਸ ਤਰ੍ਹਾਂ ਪੜ੍ਹੇਗਾ? ਜਦ ਬੇਸ ਹੀ ਨਹੀਂ ਹੋਏਗਾ, ਤੁਹਾਡੇ ਕੋਲ ਨਰਸਰੀ ਨਹੀਂ ਹੋਏਗੀ ਜਿੱਥੋਂ ਬੱਚੇ ਤਿਆਰ ਕੀਤੇ ਜਾਣਗੇ ਪੜ੍ਹਾਈ ਵਾਸਤੇ। ਅੱਛਾ, ਫਿਰ ਜਦ ਬੱਚਿਆਂ ਨੇ ਦੇਖਿਆ ਕਿ ਲੈਂਗੁਏਜ ਖਤਮ ਕਰ ਦਿੱਤੀ ਗਈ ਹੈ, ਅੱਗੇ ਨਾ ਸਾਨੂੰ ਟੀਚਰ ਦੀ ਕੋਈ ਜੌਬ ਮਿਲੇਗੀ, ਤਾਂ ਜਦ ਬੱਚੇ ਪੜ੍ਹਨਗੇ ਨਹੀਂ ਤਾਂ ਟੀਚਰ ਕਿੱਥੋਂ ਲੱਗੇਗਾ? ਬੱਚਾ ਪੰਜਾਬੀ ਤਈਆਂ ਐਮਏ ਕਰਦਾ ਸੀ, ਪੀਐਚਡੀ ਕਰਦਾ ਸੀ, ਭਾਈ ਸਾਨੂੰ ਟੀਚਰ ਦੀ ਜੌਬ ਨਿਕਲੇਗੀ, ਅਸੀਂ ਕਰਾਂਗੇ। ਜਦ ਸਰਕਾਰ ਨੇ ਖਤਮ ਹੀ ਕਰ ਦਿੱਤੀ ਪੰਜਾਬੀ, ਬੱਚਿਆਂ ਨੇ ਪੰਜਾਬੀ ਪੜ੍ਹਨੀ ਬੰਦ ਕਰ ਦਿੱਤੀ। ਸੋ ਇਹ ਮੈਂ ਸਮਝਦਾ ਸਰਕਾਰ ਕਿਤੇ ਪਲੈਨਿੰਗ ਦੇ ਨਾਲ ਕੰਮ ਕਰਦੀ ਹੈ, ਭਾਈ ਸਾਡੀ ਲੈਂਗੁਏਜ ਨੂੰ ਖਤਮ ਕਰ ਦਿਓ। ਤੇ ਦੇਖੋ ਪੰਜਾਬੀ ਟੁੱਟਦੀ ਗਈ। ਅੱਜ ਬੱਚੇ ਸਿੱਖਾਂ ਦੇ ਘਰਾਂ ਵਿੱਚ ਬੱਚੇ ਪੰਜਾਬੀ ਨਹੀਂ ਬੋਲਦੇ, ਨਹੀਂ ਪੰਜਾਬੀ ਆਉਂਦੀ ਕਿਸੇ ਨੂੰ, ਘਰ ਦੀ ਫੈਮਿਲੀ ਕਿਸੇ ਨੂੰ ਪੁੱਛੋ, ਕਿਸੇ ਇੱਕਲ ਸ਼ਖਸ ਨੂੰ ਪੰਜਾਬੀ ਆਉਂਦੀ ਹੋਏਗੀ। ਸਾਨੂੰ ਸ਼ੁਰੂਆਤ ਆਪਣੇ ਤੋਂ ਹੀ ਕਰਨੀ ਪਏਗੀ, ਸ਼ੁਰੂਆਤ ਸਾਨੂੰ ਆਪਣੇ ਤੋਂ ਕਰਨੀ ਪਏਗੀ। ਸਰਕਾਰਾਂ ਤੇ ਭਰੋਸਾ ਨਾ ਕਰੋ, ਸਰਕਾਰਾਂ ਵੋਟ ਬੈਂਕ ਪਾਲਿਟਿਕਸ ਕਰਦੀਆਂ ਨੇ, ਔਰ ਸਰਕਾਰਾਂ ਨੂੰ ਇਹ ਵੀ ਪਤਾ ਹੈ ਕਿ ਸਿੱਖਾਂ ਦੀ ਵੋਟ ਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਨਾ ਸਿੱਖ ਸਰਕਾਰ ਬਣਾ ਸਕਦੇ ਹਨ ਤੇ ਨਾ ਸਿੱਖ ਸਰਕਾਰ ਦੇਖ ਸਕਦੇ ਹਨ। ਇਸ ਕਰਕੇ ਉਹਨੂੰ ਪਤਾ ਵੋਟ ਬੈਂਕ ਪਾਲਿਟਿਕਸ ਹੈ। ਬੇਸ਼ੱਕ ਇਹ ਸਰਕਾਰ ਕਹਿ ਕੇ ਆਈ ਸੀ ਭਾਈ ਅਸੀਂ ਕਾਂਗਰਸ ਦੀ ਤਰ੍ਹਾਂ ਅਪੀਸਮੈਂਟ ਪਾਲਿਸੀ ਨਹੀਂ ਕਰਾਂਗੇ, ਅਸੀਂ ਕਾਂਗਰਸ ਦੀ ਤਰ੍ਹਾਂ ਵੋਟ ਬੈਂਕ ਪਾਲਿਟਿਕਸ ਨਹੀਂ ਕਰਾਂਗੇ, ਲੇਕਿਨ ਇਹ ਸਰਕਾਰ ਵੀ ਉਸੇ ਟਾਈਮ ਤੇ ਹੀ ਚੱਲੀ ਹੈ। ਇਸਨੇ ਵੀ ਅਪੀਸਮੈਂਟ ਪਾਲਿਸੀ ਰੱਖੀ, ਇਸਨੇ ਵੀ ਵੋਟ ਬੈਂਕ ਪਾਲਿਟਿਕਸ। ਸਿੱਖਾਂ ਦੀ ਵੋਟ ਨਾਲ ਇਹਨੂੰ ਫਰਕ ਨਹੀਂ ਪੈਂਦਾ, ਤੇ ਇਸ ਕਰਕੇ ਇਹਨੇ ਕਿਹਾ ਇਹਨੂੰ ਛੱਡ ਦਿਓ, ਇਸ ਕੌਮ ਨੂੰ ਕੋਈ ਫਰਕ ਨਹੀਂ ਪੈਂਦਾ, ਇਹ ਨਾਰਾਜ਼ ਹੋਏ ਜਾਂ ਸੁਲ੍ਹਾ ਹੋਏ ਇਹਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ। ਸਿਆਸਤ ਵਿੱਚ ਹੈਡ ਕਾਊਂਟ ਕੀਤੇ ਜਾਂਦੇ ਹਨ, ਵੋਟ ਦੀ ਵੈਲਿਊ ਰੱਖੀ ਜਾਂਦੀ ਹੈ, ਇਨਸਾਨ ਦੀ ਵੈਲਿਊ ਨਹੀਂ ਰੱਖੀ ਜਾਂਦੀ। ਤਾਂ ਉਹਨਾਂ ਨੇ ਆਪਣੀ ਉਸ ਵੈਲਿਊ ਨੂੰ ਦੇਖਦੇ ਹੋਏ ਇਹ ਗੱਲਾਂ ਕੀਤੀਆਂ। ਤੇ ਦੁੱਖ ਹੈ ਸਾਨੂੰ ਬਹੁਤ ਵੱਡਾ ਹੈ, ਸਾਡੀ ਕਮਿਊਨਿਟੀ ਨੂੰ ਬੜਾ ਭਾਰਾ ਇੱਕ ਗਮ ਹੈ ਕਿ ਸਰਕਾਰ ਦੀ ਤਰਫੋਂ, ਇਸ ਖਾਸ ਕਰਕੇ ਮੌਜੂਦਾ ਸਰਕਾਰ ਦੀ ਤਰਫੋਂ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਦਾ ਜੋ ਸਿਲਸਿਲਾ 70 ਸਾਲ ਪਹਿਲੇ ਚੱਲਦਾ ਆਇਆ, ਚਾਹੇ ਸਰਕਾਰ ਕਾਂਗਰਸ ਦੀ ਹੋਵੇ, ਨੈਸ਼ਨਲ ਕਾਨਫਰੰਸ ਦੀ ਹੋਵੇ ਜਾਂ ਕਿਸੇ ਹੋਰ ਦੀ, ਤਾਂ ਸਾਡੇ ਨਾਲ ਸਿਲਸਿਲਾ ਪਹਿਲੇ ਤੋਂ ਸੀ, ਅੱਜ ਵੀ ਸੇਮ ਹੈ, ਕੋਈ ਫਰਕ ਨਹੀਂ ਪਿਆ। ਅਸੀਂ ਸੋਚਿਆ ਸੀ ਭਾਈ ਸਭ ਦਾ ਸਾਥ, ਸਭ ਦਾ ਵਿਕਾਸ ਕਹਿਣ ਵਾਲੀ ਇਹ ਜੋ ਲੋਕ ਹੀ ਹਨ, ਇਹ ਜਿਨ੍ਹਾਂ ਨੇ ਵਾਅਦਾ ਕੀਤਾ ਸੀ ਭਾਈ ਅਸੀਂ 135 ਕਰੋੜ ਆਬਾਦੀ ਨੂੰ ਨਾਲ ਲੈ ਕੇ ਚੱਲਾਂਗੇ, ਲੇਕਿਨ ਐਸਾ ਨਹੀਂ ਹੋਇਆ। ਮਾਈਨੋਰਿਟੀ ਦੇ ਨਾਲ ਡਿਸਕ੍ਰਿਮੀਨੇਸ਼ਨ ਬਿਲਕੁਲ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸਰਕਾਰ ਦੀ ਕਹਿਣੀ ਤੇ ਕਥਨੀ 'ਚ ਬਿਲਕੁਲ ਸਾਹਮਣੇ ਆ ਗਿਆ, ਭਾਈ ਇਹਨਾਂ ਦੀ ਕਹਿਣੀ ਔਰ ਕਥਨੀ 'ਚ ਬਹੁਤ ਵੱਡਾ ਫਰਕ ਹੈ। ਬਲਵਿੰਦਰ ਜੀ, ਜੇ ਮੈਂ ਗੱਲ ਕਰਾਂ, ਦੇਖੋ ਅਫੀਸ਼ੀਅਲ ਲੈਂਗੁਏਜ ਨੂੰ ਹੁਣ ਬਿੱਲ ਪਾਸ ਹੋਇਆ ਵੀ ਮਹੀਨਾ ਤੇ ਹੋ ਹੀ ਗਿਆ ਹੋਇਆ, ਤੇ ਤੁਸੀਂ ਵੇਖਿਆ ਹੋਣਾ ਕਿ ਜਿੰਨੇ ਵੀ ਬੋਰਡ ਲੱਗੇ ਨੇ, ਮੈਂ ਦੇਖ ਨਹੀਂ ਰਹੀ ਕਿਤੇ ਕਿ ਕਸ਼ਮੀਰੀ 'ਚ ਲਿਖਿਆ ਹੋਏ, ਕਿਤੇ ਡੋਗਰੀ 'ਚ ਲਿਖਿਆ ਹੋਇਆ। ਹਾਲੇ ਵੀ ਮੈਨੂੰ ਬੋਰਡ ਜਿਹੜੇ ਨੇ ਉਹ ਸਾਰੇ ਕਿ ਇੰਗਲਿਸ਼ 'ਚ ਲਿਖੇ ਦਿਖ ਰਹੇ ਨੇ। ਹਿੰਦੀ ਤੇ ਛੱਡੋ, ਇੰਗਲਿਸ਼ ਹਰ ਜਗ੍ਹਾ ਇੰਗਲਿਸ਼ ਲਿਖੀ ਹੋਈ ਹੈ ਇਹਨਾਂ ਨੇ। ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹ ਕੁਝ ਗੱਲਾਂ ਬੜੀਆਂ ਮਜ਼ਾਕੀਆ ਲੱਗਦੀਆਂ। ਆਫੀਸ਼ੀਅਲ ਲੈਂਗੁਏਜ ਦਾ ਮਤਲਬ ਹੁੰਦਾ, ਅਗਰ ਤੁਸੀਂ ਕਿਸੇ ਸਟੇਟ ਦੇ ਵਿੱਚ ਜਾਓ ਨਾ, ਅਗਰ ਉੱਥੇ ਹਿੰਦੀ, ਇੰਗਲਿਸ਼ ਤੇ ਉਰਦੂ ਹੈ, ਤੇ ਉਹ ਤੁਹਾਨੂੰ ਰੇਲਵੇ ਸਟੇਸ਼ਨ ਤੇ ਬੋਰਡ 3 ਲੈਂਗੁਏਜਸ ਲਿਖਿਆ ਹੋਏਗਾ, ਜੋ ਆਫੀਸ਼ੀਅਲ ਲੈਂਗੁਏਜਸ ਨੇ, ਹਿੰਦੀ, ਇੰਗਲਿਸ਼, ਉਰਦੂ ਤੇ ਨਾਲ ਲਿਖੀ ਹੋਏਗੀ। ਤੇ ਜੰਮੂ ਕਸ਼ਮੀਰ ਦੇ ਵਿੱਚ ਅਗਰ ਹੁਣ 5 ਆਫੀਸ਼ੀਅਲ ਲੈਂਗੁਏਜ, ਤਾਂ ਮੈਂ ਸਮਝਦਾ ਜਿੱਥੇ ਕੋਈ ਬੋਰਡ ਲੱਗੇਗਾ ਉਹ ਬੋਰਡ ਵੀ ਬਹੁਤ ਵੱਡਾ ਬੋਰਡ ਲਗਾਉਣਾ ਪਏਗਾ, ਜਿੱਥੇ 6 ਦੀਆਂ 6 ਲੈਂਗੁਏਜ, ਡੋਗਰੀ ਨੂੰ ਵੀ ਲਿਖਿਆ ਜਾਏ, ਕਸ਼ਮੀਰੀ ਨੂੰ ਵੀ ਲਿਖਿਆ ਜਾਏ। ਔਰ ਕਸ਼ਮੀਰੀ ਦਾ ਡਾਇਲੈਕਟ ਕੀ ਹੋਏਗਾ? ਕਸ਼ਮੀਰੀ ਦਾ ਡਾਇਲੈਕਟ ਕੋਈ ਨਹੀਂ ਹੈ। ਕਸ਼ਮੀਰੀ ਦਾ ਡਾਇਲੈਕਟਸ ਕੀ ਹੈ? ਕਸ਼ਮੀਰੀ ਲਿਖੀ ਜਾਏਗੀ, ਹਿੰਦੀ ਦਾ ਬੋਰਡ ਲਿਖੇਗਾ, ਉਰਦੂ ਦਾ ਬੋਰਡ ਲੱਗੇਗਾ, ਡੋਗਰੀ ਦਾ ਬੋਰਡ ਲੱਗੇਗਾ। ਬਈ ਇੱਕ ਕਿਸਮ ਦੀ ਮੈਨੂੰ ਸਾਨੂੰ ਕੋਈ ਗੱਲ ਸਮਝ ਨਹੀਂ, ਕਿਉਂਕਿ ਜਿੱਥੇ ਵੀ ਅਸਾਂ ਦੇਖਿਆ ਆਫੀਸ਼ੀਅਲ ਲੈਂਗੁਏਜ ਹਮੇਸ਼ਾ ਉੱਥੋਂ ਲੱਭਦੀਆਂ ਨੇ ਜਿੱਥੇ ਸਿਟੀ ਦਾ ਨਾਂ ਕਿਸ ਲੈਂਗੁਏਜ 'ਚ ਲਿਖਿਆ ਹੁੰਦਾ, ਉਹ ਆਫੀਸ਼ੀਅਲ ਲੈਂਗੁਏਜ ਹੁੰਦੀ ਹੈ। ਨਹੀਂ, ਅੰਗਰੇਜ਼ੀ 'ਚ ਲਿਖਿਆ ਹੁੰਦਾ ਤੇ ਮੈਨੂੰ ਹਰ ਪਾਸੇ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਮੈਂ ਅਮਰੀਕਾ ਆ ਗਈ ਹਾਂ। ਤੇ ਬਿਲਕੁਲ, ਇੱਥੇ ਵੀ ਬੇਸ਼ੱਕ ਸਟੇਟ ਦੀ ਲੈਂਗੁਏਜ ਸਾਡੀ ਉਰਦੂ ਸੀ, ਲੇਕਿਨ ਜੰਮੂ ਡਿਵੀਜ਼ਨ ਦੇ ਵਿੱਚ ਉਰਦੂ 'ਚ ਕੋਈ ਬੋਰਡ ਨਹੀਂ ਸੀ। ਹਾਂ, ਬਨਾਲ ਤੋਂ ਪਾਰ ਚਲੇ ਜਾਓ ਤੇ ਫਿਰ ਜਾ ਕੇ ਪਤਾ ਚੱਲਦਾ ਸੀ ਬਈ ਉੱਥੇ ਆਫੀਸ਼ੀਅਲ ਲੈਂਗੁਏਜ ਉਰਦੂ ਹੈ, ਉਰਦੂ ਸਾਹਮਣੇ ਆਉਂਦੀ ਸੀ। ਤਾਂ ਲੇਕਿਨ ਹੁਣ ਜਿਸ ਤਰ੍ਹਾਂ ਤੁਸੀਂ ਕੈਨੇਡਾ ਦੀ ਪਾਰਲੀਮੈਂਟ ਦੀ ਗੱਲ ਕਰੋ, ਆਫੀਸ਼ੀਅਲ ਲੈਂਗੁਏਜ 3rd ਉੱਥੇ ਵੀ ਹੈ। ਕੈਨੇਡਾ ਦੀ ਪਾਰਲੀਮੈਂਟ ਦੀ ਲੈਂਗੁਏਜ ਆਫੀਸ਼ੀਅਲ 3rd ਹੈ। ਉਹਦੇ ਬਾਅਦ ਯੂਕੇ ਦੇ ਵਿੱਚ ਹੁਣ 550 ਗੁਰੂ ਨਾਨਕ ਦੇਵ ਜੀ ਦਾ ਸੀ ਨਾ, ਉਹਨਾਂ ਨੇ 1-2 ਸੜਕਾਂ ਦੇ ਨਾਂ ਡੈਡੀਕੇਟ ਕੀਤੇ ਗੁਰੂ ਨਾਨਕ ਸਾਹਿਬ ਦੇ ਨਾਂ ਦੇ, ਔਰ ਉੱਥੇ ਪੰਜਾਬੀ ਦੇ ਬੋਰਡ ਲਗਾਏ। ਇਸ ਕਰਕੇ ਦਿੱਲੀ ਦੇ ਵਿੱਚ ਆਫੀਸ਼ੀਅਲ ਲੈਂਗੁਏਜ 3rd ਜੋ ਹੈ ਪੰਜਾਬੀ ਹੈ, ਉੱਥੇ ਵੀ ਜਿਹੜੇ ਬੋਰਡ ਲੱਗਦੇ ਹਨ ਉੱਥੇ ਹਿੰਦੀ ਦਾ, ਇੰਗਲਿਸ਼ ਦਾ ਤੇ ਪੰਜਾਬੀ ਦਾ ਲਿਖਿਆ ਜਾਂਦਾ ਹੈ। ਤਾਂ ਇਹ ਮੈਂ ਵੀ ਦੇਖ ਕੇ ਹੈਰਾਨ ਹਾਂ, ਮੈਂ ਵੀ ਵੇਟ ਕਰ ਰਿਹਾ ਵੀ ਕਿਸ ਦਿਨ ਉਹ ਰੇਲਵੇ ਸਟੇਸ਼ਨ ਦੇ ਬੋਰਡ ਲੱਗੇ ਜਿੱਥੇ 5 ਦੀਆਂ 5 ਆਫੀਸ਼ੀਅਲ ਲੈਂਗੁਏਜ ਲਿਖੀਆਂ ਜਾਣ। ਉਸ ਬੋਰਡ ਦਾ ਸਾਈਜ਼ ਕੀ ਹੋਏਗਾ, ਇਹ ਦੇਖਣ ਵਾਲੀ ਗੱਲ ਆਉਣ ਵਾਲੇ ਦਿਨ ਕਿੰਨਾ। ਹਾਂਜੀ, ਤੁਸੀਂ ਸੁਣਿਆ ਬਲਵਿੰਦਰ ਸਿੰਘ ਜੀ ਨੇ ਕੀ ਕਿਹਾ। ਉਹਨਾਂ ਨੇ ਇਹ ਕਿਹਾ ਕਿ ਪੰਜਾਬੀ ਨੂੰ ਅਫੀਸ਼ੀਅਲ ਲੈਂਗੁਏਜ ਬਣਾਉਣਾ ਕਿੰਨਾ ਜ਼ਰੂਰੀ ਹੈ। ਤੇ ਮੈਂ ਜ਼ਰਾ ਇਹ ਕਹਿ ਦਵਾਂ, ਜਿਹੜੀਆਂ ਅਫੀਸ਼ੀਅਲ ਲੈਂਗੁਏਜ ਬਣਾਈਆਂ ਨੇ, ਜਿਹੜੀਆਂ ਲਾਗੂ ਕੀਤੀਆਂ, ਇਹਨਾਂ ਨੂੰ ਸੱਚੇ ਹੀ ਲਾਗੂ ਕਰ ਲਓ, ਕੀ ਹੋ ਜਾਣਾ। ਮੈਂ ਕਹਿੰਦੀ ਹਾਂ ਤੁਸੀਂ ਸ਼ਹਿਰ ਦੀ ਗੱਲ ਛੱਡੋ, ਤੁਸੀਂ ਪਿੰਡਾਂ 'ਚ ਚੱਲ ਜਾਓ, ਗਰਾਵਾਂ 'ਚ ਚੱਲ ਜਾਓ, ਤੁਸੀਂ ਉੱਥੇ ਬੋਰਡ ਵੇਖੇ, ਉਰਦੂ ਛੱਡੋ, ਮੈਂ ਕਹਿੰਦੀ ਡੋਗਰੀ ਛੱਡੋ, ਕਸ਼ਮੀਰੀ ਛੱਡੋ, ਕੋਈ ਉਰਦੂ 'ਚ ਬੋਰਡ ਨਹੀਂ ਮਿਲੇਗਾ, ਕੋਈ ਤੁਹਾਨੂੰ ਜਿਹੜਾ ਹਿੰਦੀ 'ਚ ਬੋਰਡ ਨਹੀਂ ਮਿਲੇਗਾ, ਬੋਰਡ ਮਿਲੇਗਾ ਇੰਗਲਿਸ਼ 'ਚ। ਮੈਂ ਕਹਿੰਦੀ ਹਾਂ ਅੰਗਰੇਜ਼ੀ ਲਿਖੀ ਹੁੰਦੀ, ਉੱਥੇ ਕੋਈ ਹਿੰਦੀ ਲਿਖ ਲਓ, ਉਰਦੂ ਲਿਖ ਲਓ, ਕੋਈ ਕਸ਼ਮੀਰੀ ਲਿਖ ਲਓ, ਡੋਗਰੀ ਲਿਖ ਲਓ। ਜੇ ਲੋਕਾਂ ਨੂੰ ਖੁਸ਼ ਹੀ ਕਰਨਾ ਹੈ ਤੇ ਪੰਜਾਬੀ ਵਾਲਿਆਂ ਨੂੰ ਵੀ ਖੁਸ਼ ਕਰ ਲਓ, ਇਹਨਾਂ ਦੀ ਵੀ ਲੈਂਗੁਏਜ ਜਿਹੜੀ ਹੈ ਐਡ ਕਰ ਲਓ।
ਤੁਸੀਂ ਤੇ ਬੋਰਡ ਲਾਣੇ ਨਹੀਂ ਆਪਣੀ ਲੈਂਗੁਏਜ ਦੇ, ਕਿਤੇ ਇਹ ਨਾ ਹੋਏ ਇਹ ਸ਼ੁਰੂ ਕਰ ਦੇਣ ਪੰਜਾਬੀ 'ਚ ਲਿਖਣਾ ਫਿਰ। ਤੇ ਹੁਣ ਮੈਨੂੰ ਤਾਂ ਇਜਾਜ਼ਤ, ਤੇ ਮੈਂ ਚੱਲਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।